ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜਾ ਪੀਸੀਐਸ ਪ੍ਰੀ ਹੈ ਉਹਦਾ ਰਿਜ਼ਲਟ ਆ ਚੁੱਕਾ ਹੈ। ਮੇਨਸ ਦੇ ਜਿਹੜੇ ਫਾਰਮਸ ਨੇ ਉਹ ਵੀ ਭਰੇ ਜਾ ਚੁੱਕੇ ਨੇ। ਸੋ ਪੰਜਾਬ ਪੀਸੀਐਸ ਮੇਨਸ ਦੀ ਤਿਆਰੀ ਜਿਹੜੀ ਉਹ ਕਿਵੇਂ ਕਰਨੀ ਹੈ, ਕਿਹੜੀ ਚੀਜ਼ ਤੇ ਫੋਕਸ ਕਰਨ ਦੀ ਲੋੜ ਹੁੰਦੀ ਹੈ, ਸੋ ਇਹਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਦੇਖ ਲੈਂਦੇ ਆ ਕਿ ਪੀਸੀਐਸ ਮੇਨਸ ਦੇ ਵਿੱਚ ਕਿਹੜੇ-ਕਿਹੜੇ ਪੇਪਰ ਆਉਣੇ ਨੇ। ਸੋ ਪੀਸੀਐਸ ਮੇਨਸ ਦੇ ਵਿੱਚ ਜਿਹੜੇ ਨੇ ਉਹ 7 ਪੇਪਰ ਹੁੰਦੇ ਨੇ। ਟੋਟਲ ਜਿਹੜਾ ਆ ਉਹ ਇੰਟਰਵਿਊ ਨੂੰ ਮਿਲਾ ਕੇ 1500 ਨੰਬਰ ਦੇ ਮੇਨਸ ਮੰਨੇ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਜਿਹੜਾ ਆ ਪੰਜਾਬੀ ਦਾ ਪੇਪਰ ਹੁੰਦਾ, ਇਹਦੇ ਵਿੱਚ 10+2 ਲੈਵਲ ਦੀ ਪੰਜਾਬੀ ਹੁੰਦੀ ਹੈ। ਸੋ ਪਹਿਲਾਂ ਦੇਖ ਲੈਂਦੇ ਆ ਕਿ ਲਾਸਟ ਈਅਰ ਦੇ ਪੇਪਰ ਦੇ ਵਿੱਚ ਕਿੱਦਾਂ ਦੇ ਕੁਐਸਚਨ ਆਏ ਨੇ ਪੰਜਾਬੀ ਦੇ ਵਿੱਚੋਂ। ਸੋ ਜਿਹੜਾ ਪੰਜਾਬੀ ਦਾ ਪੇਪਰ ਹੈ 2018 ਦਾ, ਇਹ ਸਾਡੇ ਸਾਹਮਣੇ ਆ। ਸੋ ਇਹਦੇ ਵਿੱਚ ਕੀ ਆ, ਪਹਿਲਾਂ ਤਾਂ ਰਿਟਨ ਪੇਪਰ ਆ, 100 ਨੰਬਰ ਦਾ ਪੇਪਰ ਆ। ਇਹਦੇ ਵਿੱਚ ਕੀ ਆ, ਜੋ ਪ੍ਰੀਲਿਮ ਨਾਲੋਂ ਤੇ ਮੇਨ ਦੇ ਵਿੱਚ ਤਬਦੀਲੀ ਆਉਣੀ ਹੈ, ਜੋ ਚੇਂਜਸ ਆਉਣੀਆਂ ਨੇ ਉਹ ਇਹ ਹੈ ਕਿ ਪ੍ਰੀ ਦੇ ਵਿੱਚ ਅਸੀਂ ਸਿਰਫ MCQs ਕਰਦੇ ਹਾਂ। MCQ ਦੇ ਵਿੱਚ ਕੀ ਹੈ, ਅਸੀਂ ਮਲਟੀਪਲ ਚੋਇਸ ਕੁਐਸਚਨ ਦੇ ਵਿੱਚੋਂ ਸਿਰਫ ਨਿਸ਼ਾਨੀ ਲਾਉਨੇ ਆ ਕਿ ਆਹ ਕੁਐਸਚਨ ਸਹੀ ਹੈ, ਇਹਦਾ ਆਨਸਰ ਇਹ ਵਾਲਾ ਬਣਦਾ ਹੈ। ਬਟ ਇਹਦੇ ਵਿੱਚ ਸਬਜੈਕਟਿਵ ਪੇਪਰ ਦੇ ਵਿੱਚ ਕੀ ਹੁੰਦਾ, ਅਸੀਂ ਆਨਸਰ ਜਿਹੜਾ ਹੈ ਹੱਥ ਦੇ ਨਾਲ ਲਿਖਣਾ ਹੁੰਦਾ। ਇਹਦੇ ਵਿੱਚ ਲਿਖਣ ਦੀ ਜਿਹੜੀ ਸਪੀਡ ਆ ਜਾਂ ਲਿਖਣ ਦੀ ਜਿਹੜੀ ਸਾਡੀ ਰਾਈਟਿੰਗ ਆ ਉਹ ਵੀ ਬਹੁਤ ਮੈਟਰ ਕਰਦੀ ਹੈ। ਸੋ ਕੁਐਸਚਨ ਦੇਖ ਲੈਂਦੇ ਆ। ਪਹਿਲਾ ਕੁਐਸਚਨ ਕੀ ਆ ਕਿ ਇੱਕ ਪੈਰਾ ਦਿੱਤਾ ਹੈ, ਉਹਦੇ ਵਿੱਚੋਂ ਆਨਸਰ ਦੇਣੇ ਨੇ। ਸੋ ਇਹ ਕੰਪਰੀਹੈਂਸ਼ਨ ਦਾ ਕੁਐਸਚਨ ਹੈ, ਪੰਜਾਬੀ ਦੇ ਵਿੱਚ ਕੰਪਰੀਹੈਂਸ਼ਨ ਹੈ। ਸੈਕੰਡ ਕੁਐਸਚਨ ਦੇ ਵਿੱਚ ਇਹ ਆ ਕਿ ਇੱਕ ਪੈਰਾ ਦਿੱਤਾ ਹੈ, ਇਹਦਾ 1/3 ਸ਼ਬਦਾਂ 'ਚ ਸੰਖੇਪ ਰਚਨ ਕਰਨਾ ਆ। ਸੋ ਇੱਕ ਪ੍ਰੈਸਿਜ਼ ਰਾਈਟਿੰਗ ਦਾ ਕੁਐਸਚਨ ਆ, ਇਹਦੇ ਵਿੱਚ 1/3 ਦੇਣਾ ਹੈ, ਨਾਲ ਸਬਜੈਕਟ ਦੇਣਾ ਇਹਦਾ। ਸੋ ਤੀਜੇ ਨੰਬਰ ਤੇ ਆ ਕਿ ਪੱਤਰ ਲਿਖਣਾ ਹੈ। ਸੋ ਲੈਟਰ ਰਾਈਟਿੰਗ ਦਾ ਕੁਐਸਚਨ ਹੈ, ਇਹਦੇ ਵਿੱਚ ਇੱਕ ਲੈਟਰ ਲਿਖਣੀ ਹੈ। ਸੋ ਇਹਦੇ ਵਿੱਚ ਦੋ ਆਪਸ਼ਨ ਦਿੱਤੀਆਂ ਨੇ, ਊੜਾ ਤੇ ਐੜਾ। ਇਹਦੇ ਵਿੱਚੋਂ ਅਸੀਂ ਇੱਕ ਚੂਜ਼ ਕਰਕੇ ਉਹਦੇ ਅਗੇਂਸਟ ਅਸੀਂ ਲੈਟਰ ਲਿਖਣੀ ਹੈ। ਚੌਥੇ ਨੰਬਰ ਤੇ ਆ ਐਸੇ ਆ, 4 ਸਾਨੂੰ ਆਪਸ਼ਨ ਦਿੱਤੀਆਂ ਨੇ, ਇਹਨਾਂ ਵਿੱਚੋਂ ਅਸੀਂ ਚੂਜ਼ ਕਰਕੇ ਇੱਕ ਐਸੇ ਲਿਖਣਾ ਹੈ, ਇੱਕ ਲੇਖ ਲਿਖਣਾ ਹੈ। ਸੋ ਲੇਖ ਲਿਖਣ ਦਾ ਕੁਐਸਚਨ ਆ ਗਿਆ। ਇਹਦੇ ਬਾਅਦ ਹੈ 5ਵਾਂ ਨੰਬਰ, ਇੰਗਲਿਸ਼ ਦਾ ਪੈਰਾ ਦਿੱਤਾ ਹੈ, ਉਹਨੂੰ ਅਸੀਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਨਾ ਹੈ। ਦੈਨ ਐਡ ਆਇਆ, ਪੰਜਾਬੀ ਦਾ ਪੈਰਾ ਦਿੱਤਾ ਹੈ, ਪੰਜਾਬੀ ਦੇ ਵਿੱਚ ਲਾਈਨ ਦਿੱਤੀਆਂ ਨੇ, ਉਹਨਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ ਹੈ। ਸੋ ਇੰਗਲਿਸ਼ ਟੂ ਪੰਜਾਬੀ, ਪੰਜਾਬੀ ਟੂ ਇੰਗਲਿਸ਼ ਟਰਾਂਸਲੇਸ਼ਨ ਹੈ। ਦੈਨ ਉਹਦੇ ਬਾਅਦ ਹੈ ਭਾਗ ਐੜਾ। ਸੋ ਗ੍ਰਾਮਰ ਦਾ ਪਾਰਟ ਹੈ, ਇਹਦੇ ਵਿੱਚ ਕੀ ਹੈ, ਅਖਾਣਾਂ ਨੂੰ ਵਾਕਾਂ ਵਿੱਚ ਵਰਤੋ। ਸੋ ਅਖਾਣਾਂ ਦੇ ਕੁਐਸਚਨ ਨੇ। ਦੈਨ ਮੁਹਾਵਰਿਆਂ ਦੇ ਕੁਐਸਚਨ ਨੇ। ਉਹਦੇ ਬਾਅਦ ਹੈ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਉਹਦੇ ਬਾਅਦ ਹੈ ਵਾਕ ਚੇਂਜ ਕਰਨੇ ਨੇ। ਸੋ ਕਨਵਰਜਨ ਆਫ ਸੈਂਟੈਂਸਸ ਹੈ। ਉਹਦੇ ਬਾਅਦ 9ਵਾਂ ਹੈ ਵਚਨ ਬਦਲੋ। ਦੈਨ ਵਿਸ਼ਰਾਮ ਚਿੰਨ੍ਹ ਲਗਾਓ, ਹੇਠ ਲਿਖਿਆਂ 'ਚ ਅਗੇਤਰ ਲਗਾ ਕੇ ਬਣਾਓ। ਦੈਨ ਪਿਛੇਤਰ ਦੇ ਕੁਐਸਚਨ ਨੇ। ਉਹਦੇ ਬਾਅਦ 13ਵਾਂ ਕੁਐਸਚਨ ਹੈ ਵਿਸ਼ੇਸ਼ਣ, ਤੇ ਇਹਦੇ ਨਾਲ ਹੈ ਬਹੁ ਅਰਥਕ ਸ਼ਬਦ ਹੈ। ਸੋ ਇਹ ਵਾਕ ਬਣਾਉਣੇ ਨੇ। ਸੋ ਇਹ ਜਿਹੜਾ ਪੇਪਰ ਹੈ ਟੋਟਲ 100 ਨੰਬਰ ਦਾ ਆ। ਇਹ ਜਿਹੜੇ ਕੁਐਸਚਨ ਆਏ ਨੇ, ਇੱਕ ਪਾਰਟ ਗ੍ਰਾਮਰ ਦਾ ਆ, ਦੂਜਾ ਪਾਰਟ ਹੈ ਇਹਦੇ ਵਿੱਚ ਐਸੇ, ਲੈਟਰਸ ਤੇ ਪ੍ਰੈਸਿਜ਼ ਰਾਈਟਿੰਗ ਆ। ਸੋ ਇਹ ਪੰਜਾਬੀ ਦਾ ਪੇਪਰ ਆ। ਸੋ ਇਹਦੇ ਬਾਅਦ ਹੈ ਦੂਜਾ ਨੰਬਰ ਪੇਪਰ ਇੰਗਲਿਸ਼ ਕੰਪਲਸਰੀ। ਸੋ ਇਹ ਵੀ 100 ਨੰਬਰ ਦਾ ਪੇਪਰ ਆ, ਇਹ ਵੀ ਅਸੀਂ ਦੇਖ ਲੈਂਦੇ ਆ। ਸੋ ਜਿਵੇਂ ਪੰਜਾਬੀ ਦੇ ਵਿੱਚ ਸੀ, ਇਹਦੇ ਵਿੱਚ ਵੀ ਪਹਿਲਾ ਕੁਐਸਚਨ ਹੈ, ਇੱਕ ਪੈਰਾਗ੍ਰਾਫ ਦਿੱਤਾ ਹੈ, ਉਹਦੇ ਵਿੱਚ ਅਸੀਂ ਆਨਸਰ ਦੇਣੇ ਨੇ ਕੁਐਸਚਨ ਦੇ। ਦੂਜੇ ਨੰਬਰ ਤੇ ਆ ਕਿ ਪ੍ਰੈਸਿਜ਼ ਰਾਈਟਿੰਗ ਆ, ਸੇਮ ਪੰਜਾਬੀ ਦੇ ਵਾਂਗੂ ਆ। ਤੀਜੇ ਨੰਬਰ ਤੇ ਇੱਕ ਲੈਟਰ ਲਿਖਣੀ ਹੈ। ਚੌਥੇ ਨੰਬਰ ਤੇ ਇੱਕ ਐਸੇ ਲਿਖਣਾ ਆ। ਸੋ ਇਹ ਚਾਰੇ ਕੁਐਸਚਨ ਜਿਵੇਂ ਸੇਮ ਹੀ ਨੇ। ਸੋ ਪੰਜਵੇਂ ਨੰਬਰ ਤੇ ਟ੍ਰਾਂਸਲੇਟ ਕਰਨਾ ਹੈ ਇਨਟੂ ਇੰਗਲਿਸ਼, ਤੇ ਪੰਜਾਬੀ ਨੂੰ ਇੰਗਲਿਸ਼ ਟ੍ਰਾਂਸਲੇਟ ਕਰਨਾ ਹੈ, ਤੇ ਨਾਲ ਹੀ ਇੰਗਲਿਸ਼ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨਾ ਹੈ। ਸੋ ਇਹ ਜਿਹੜਾ ਪਹਿਲਾ ਪੋਰਸ਼ਨ ਹੈ ਇਹ ਸੇਮ ਟੂ ਸੇਮ ਹੈ, ਜੋ ਪੰਜਾਬੀ ਦੇ ਵਿੱਚ ਸੀ ਉਹੀ ਇੰਗਲਿਸ਼ ਦੇ ਵਿੱਚ ਹੈ। ਦੈਨ ਸੈਕਸ਼ਨ B ਹੈ ਗ੍ਰਾਮਰ। ਗ੍ਰਾਮਰ ਦੇ ਵਿੱਚ ਸਿਨੋਨਿਮਸ ਨੇ, ਐਂਟੋਨਿਮਸ ਨੇ। ਦੈਨ ਵੌਇਸਿਸ ਦੇ ਕੁਐਸਚਨ ਨੇ, ਐਕਟਿਵ ਪੈਸਿਵ ਵੌਇਸਿਸ ਨੇ। ਦੈਨ ਸੈਂਟੈਂਸ ਕਰੈਕਸ਼ਨ ਦੇ ਕੁਐਸਚਨ ਹੈ। ਸਬਸਟੀਟਿਊਸ਼ਨ ਹੈ, 1 ਵਰਡ ਸਬਸਟੀਟਿਊਸ਼ਨ ਹੈ। ਦੈਨ ਨਰੇਸ਼ਨ ਦੇ ਕੁਐਸਚਨ ਹੈ। ਤੇ 10th ਨੰਬਰ ਤੇ ਹੈ ਕੋਈ ਡਾਇਰੈਕਸ਼ਨ ਦਿੱਤੀਆਂ ਨੇ ਕਿ ਚੇਂਜ ਕਰਨੇ ਨੇ, ਸੈਂਟੈਂਸ ਦੀਆਂ ਟਾਈਪ ਚੇਂਜ ਕਰਨੀਆਂ ਨੇ। ਸੋ ਜਿਹੜੀਆਂ ਵੀ ਡਾਇਰੈਕਸ਼ਨ ਦਿੱਤੀਆਂ ਨੇ ਉਹਦੇ ਹਿਸਾਬ ਦੇ ਨਾਲ ਕੁਐਸਚਨ ਆਨਸਰ ਕਰਨੇ ਨੇ। ਸੋ ਇਹ ਇੰਗਲਿਸ਼ ਦਾ ਪੇਪਰ ਹੈ। ਉਹਦੇ ਬਾਅਦ ਹੈ ਤੀਜਾ ਪੇਪਰ, ਇਹ ਆ ਐਸੇ ਦਾ ਪੇਪਰ। ਐਸੇ ਦਾ ਪੇਪਰ ਜਿਹੜਾ ਹੈ 150 ਨੰਬਰ ਦਾ ਆ। ਸੋ ਪੰਜਾਬੀ ਇੰਗਲਿਸ਼ ਦੇ ਜਿਹੜੇ ਪੇਪਰ ਸੀ ਇਹ 100 ਨੰਬਰ ਦੇ ਸੀ। ਐਸੇ ਦਾ ਪੇਪਰ ਇੱਥੇ 150 ਨੰਬਰ ਦਾ ਆ। ਐਸੇ ਤੁਸੀਂ ਪੰਜਾਬੀ 'ਚ ਵੀ ਲਿਖ ਸਕਦੇ ਹੋ, ਇੰਗਲਿਸ਼ 'ਚ ਵੀ ਲਿਖ ਸਕਦੇ ਹੋ। ਸੋ ਪੇਪਰ ਜਿਹੜਾ ਐਸੇ ਦਾ ਵੀ ਦੇਖ ਲੈਂਦੇ ਆ। ਸੋ ਐਸੇ ਦੇ ਪੇਪਰ ਦੇ ਵਿੱਚ ਸਾਨੂੰ 6 ਆਪਸ਼ਨ ਦਿੱਤੀਆਂ ਗਈਆਂ। ਸੋ 6 ਦੇ ਵਿੱਚੋਂ ਅਸੀਂ 3 ਐਸੇ ਲਿਖਣੇ ਨੇ। ਤਿੰਨੇ ਜਿਹੜੇ ਨੇ 50-50 ਨੰਬਰ ਦੇ ਐਸੇ ਹੋਣਗੇ। ਸੋ ਇਹ ਇੰਗਲਿਸ਼ 'ਚ ਵੀ ਲਿਖ ਸਕਦੇ ਹੋ, ਪੰਜਾਬੀ 'ਚ ਵੀ ਲਿਖ ਸਕਦੇ ਹੋ, ਜਿਹੜੀ ਵੀ ਲੈਂਗੁਏਜ 'ਤੇ ਤੁਹਾਡਾ ਜਿਹੜਾ ਪਰਫੈਕਸ਼ਨ ਹੈ ਉਹਦੇ 'ਚ ਤੁਸੀਂ ਇਹ ਐਸੇ ਲਿਖ ਸਕਦੇ ਹੋ। ਸੋ ਇਹਨਾਂ ਦੇ ਉੱਪਰ 50-50 ਨੰਬਰ ਦਾ ਐਸੇ ਲਿਖਣਾ ਹੈ। ਵਰਡ ਲਿਮਿਟ ਜਿਹੜੀ ਹੈ ਉਹ ਹੈ 800 ਵਰਡਸ ਦੀ। ਸੋ ਐਸੇ ਦੇ ਟੌਪਿਕ ਕਿਵੇਂ ਦੇ ਆਉਂਦੇ ਨੇ। ਸੋ ਪਹਿਲਾ ਟੌਪਿਕ ਆ ਸਟੈਂਡਰਡ ਆਫ ਡਿਸੈਂਟ ਇਨ ਇੰਡੀਅਨ ਇਲੈਕਸ਼ਨਰਿੰਗ, ਹਾਊ ਲੋ ਇਜ਼ ਟੂ ਲੋ। ਸੈਕੰਡ ਹੈ ਮਾਸ ਮੀਡੀਆ ਵਰਸਸ ਸੋਸ਼ਲ ਮੀਡੀਆ, ਇਹ ਪ੍ਰੋਗਨੋਸਿਸ। ਤੀਜੇ ਨੰਬਰ ਤੇ ਹੈ ਗਲੋਬਲ ਕਰੰਸੀ ਵਾਰ ਐਂਡ देयर ਇੰਪਲੀਕੇਸ਼ਨ ਫॉर ਇੰਡੀਆ। ਚੌਥੇ ਨੰਬਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਇਟਸ ਇੰਪੈਕਟ ਔਨ ਆਵਰ ਵਰਲਡ। ਪੰਜਵੇਂ ਨੰਬਰ ਤੇ ਇੰਪਲੀਕੇਸ਼ਨ ਆਫ ਰਾਈਜ਼ਿੰਗ ਕੰਜ਼ਿਊਮਰਿਜ਼ਮ ਇਨ ਦ ਇੰਡੀਅਨ ਮਿਡਲ ਕਲਾਸ। ਛੇਵੇਂ ਨੰਬਰ ਤੇ ਵਾਟਰ ਕ੍ਰਾਈਸਿਸ ਐਂਡ ਰਾਈਪੇਰੀਅਨ ਲਾਜ਼। ਸੋ ਐਸੇ ਦੇ ਟੌਪਿਕਸ ਤੋਂ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਜਿਹੜੇ ਐਸੇ ਨੇ ਇਹ ਕੋਈ ਜਨਰਲ ਐਸੇ ਨਹੀਂ ਹੈ, ਇਹ ਸਪੈਸ਼ਲਾਈਜ਼ਡ ਐਸੇ ਨੇ।
ਇਹਦੇ ਵਿੱਚ ਜਿਹੜੇ ਟੌਪਿਕ ਨੇ ਇਹ ਤੁਹਾਡੇ ਜਨਰਲ ਸਟੱਡੀਜ਼ ਦੇ ਵਿੱਚ ਹੀ ਕਵਰ ਹੁੰਦੇ ਨੇ। ਸੋ ਜਿਹੜੇ ਨਿਊਜ਼ਪੇਪਰ ਦੇ ਆਰਟੀਕਲਸ ਹੁੰਦੇ ਨੇ ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਪੜ੍ਹਨ ਦੀ ਲੋੜ ਹੈ। ਸੋ ਨਿਊਜ਼ਪੇਪਰ ਜਿਹੜਾ ਹੈ ਤੁਸੀਂ ਛੱਡਣਾ ਨਹੀਂ ਹੈ। ਨਿਊਜ਼ਪੇਪਰ ਦੇ ਵਿੱਚ ਜੇ ਕੋਈ ਇਦਾਂ ਦੀ ਹੈਡਲਾਈਨ ਆਉਂਦੀ ਆ ਤਾਂ ਉਹਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋ, ਉਹਦੇ ਵਿੱਚੋਂ ਹੀ ਤੁਹਾਨੂੰ ਐਸੇ ਦਾ ਮਟੀਰੀਅਲ ਮਿਲਣਾ ਆ। ਸੋ ਤੁਸੀਂ ਵਧੀਆ ਐਸੇ ਤਾਂ ਹੀ ਲਿਖ ਸਕਦੇ ਹੋ ਜੇ ਤੁਹਾਡੇ ਕੋਲ ਮਟੀਰੀਅਲ ਹੈਗਾ ਆ। ਸੋ ਮਟੀਰੀਅਲ ਕਿੱਥੋਂ ਮਿਲੇਗਾ? ਤੁਹਾਨੂੰ ਨਿਊਜ਼ਪੇਪਰ ਦੇ ਆਰਟੀਕਲਸ ਦੇ ਵਿੱਚੋਂ ਮਿਲੇਗਾ ਜਾਂ ਜਨਰਲ ਸਟੱਡੀਜ਼ ਦੇ ਟੌਪਿਕਸ ਦੇ ਵਿੱਚੋਂ ਮਿਲੇਗਾ। ਸੋ ਮਟੀਰੀਅਲ ਇਕੱਠਾ ਕਰਨਾ ਹੁਣ ਤੋਂ ਸ਼ੁਰੂ ਕਰ ਦਿਓ। ਐਸੇਜ਼ ਵਾਸਤੇ ਮਟੀਰੀਅਲ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਤੁਹਾਨੂੰ ਪ੍ਰੈਕਟਿਸ ਵੀ ਹੋਣੀ ਚਾਹੀਦੀ ਹੈ। ਜੇਕਰ ਇਦਾਂ ਦੇ ਟੌਪਿਕਸ ਤੇ ਤੁਸੀਂ ਇੱਕ ਵਾਰੀ ਲਿਖਣਾ ਸ਼ੁਰੂ ਕਰੋਗੇ ਤਾਂ ਹੀ ਤੁਹਾਡੇ ਦਿਮਾਗ ਦੇ ਵਿੱਚ ਆਈਡੀਆਜ਼ ਆਉਣਗੇ ਕਿ ਇਹਨਾਂ ਟੌਪਿਕਸ ਦੇ ਉੱਪਰ ਮੈਂ ਕਿਵੇਂ ਲਿਖ ਸਕਦਾ ਹਾਂ, ਕਿਵੇਂ ਪੋਜ਼ਿਟਿਵ ਪੁਆਇੰਟਸ ਦੇਣੇ ਨੇ, ਕਿਵੇਂ ਨੈਗੇਟਿਵ ਪੁਆਇੰਟਸ ਦੇਣੇ ਨੇ, ਕਿਵੇਂ ਮੈਂ ਕਨਕਲੂਜਨ ਦੇਣਾ ਐਸੇ ਦਾ। ਸੋ ਇਹ ਪ੍ਰੈਕਟਿਸ ਦੇ ਨਾਲ ਹੀ ਆਉਣਾ ਹੈ। ਸੋ ਪ੍ਰੈਕਟਿਸ ਜਿਹੜੀ ਹੈ, ਲਿਖਣ ਦੀ ਪ੍ਰੈਕਟਿਸ ਜਿਹੜੀ ਹੈ ਹੁਣ ਤੋਂ ਸ਼ੁਰੂ ਕਰ ਦਿਓ। ਸੋ ਇਹਨਾਂ ਤਿੰਨਾਂ ਪੇਪਰਾਂ ਤੋਂ ਬਾਅਦ ਜਿਹੜੇ ਨੇ 4 ਪੇਪਰ ਹੁੰਦੇ ਨੇ ਜਨਰਲ ਸਟੱਡੀਜ਼ ਦੇ। ਇਹਦੇ ਵਿੱਚ ਹੈ ਜਨਰਲ ਸਟੱਡੀਜ਼ ਪੇਪਰ 1 ਜਿਹਦੇ ਵਿੱਚ ਟੌਪਿਕ ਨੇ ਹਿਸਟਰੀ, ਜੀਓਗ੍ਰਾਫੀ, ਸੋਸਾਇਟੀ ਦੇ। ਦੈਨ ਹੈ ਜਨਰਲ ਸਟੱਡੀਜ਼ ਪੇਪਰ 2, ਇਹਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਹੈ, ਪੋਲਿਟੀ ਹੈ, ਗਵਰਨੈਂਸ ਹੈ, ਇੰਟਰਨੈਸ਼ਨਲ ਰਿਲੇਸ਼ਨ ਹੈ। ਦੈਨ ਜਨਰਲ ਸਟੱਡੀਜ਼ ਪੇਪਰ 3 ਹੈ, ਇਹਦੇ ਵਿੱਚ ਹੈ ਇਕਨੋਮੀ, ਸਟੈਟਿਸਟਿਕਸ, ਸਿਕਿਉਰਿਟੀ ਇਸ਼ੂਜ਼ ਹੈ। ਦੈਨ 7th ਹੈ ਜਨਰਲ ਸਟੱਡੀਜ਼ ਪੇਪਰ 4, ਸੋ ਇਹਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ, এনवायरमेंट ਹੈ, ਪ੍ਰੋਬਲਮ ਸੋਲਵਿੰਗ, ਡਿਸੀਜਨ ਮੇਕਿੰਗ ਹੈ। ਸੋ ਇਹ ਜਿਹੜੇ 4 ਜਨਰਲ ਸਟੱਡੀਜ਼ ਦੇ ਪੇਪਰ ਨੇ ਇਹ 250 ਨੰਬਰ ਦੇ ਨੇ। ਸੋ 1000 ਨੰਬਰ ਜਿਹੜਾ ਆ ਉਹ ਇਹਨਾਂ 4 ਪੇਪਰਾਂ ਤੋਂ ਹੀ ਬਣਦਾ ਆ। ਸੋ ਇਹਨਾਂ ਦਾ ਜਿਹੜਾ ਸਿਲੇਬਸ ਆ ਉਹ ਵੀ ਅਪੈਂਡਿਕਸ ਦੇ ਵਿੱਚ ਦਿੱਤਾ ਹੈ ਕਿ ਕਿਹੜੇ-ਕਿਹੜੇ ਟੌਪਿਕ ਜਿਹੜੇ ਨੇ ਇਹਨਾਂ ਦੇ ਵਿੱਚੋਂ ਤੁਸੀਂ ਕਵਰ ਕਰਨੇ ਆ। ਸੋ ਇਹ ਸਿਲੇਬਸ ਵੀ ਅਸੀਂ ਇੱਕ ਵਾਰੀ ਦੇਖ ਲੈਨੇ ਆ। ਸੋ ਸਿਲੇਬਸ ਦੇ ਵਿੱਚ ਪਹਿਲਾਂ ਇੰਗਲਿਸ਼ ਦਾ ਸਿਲੇਬਸ ਦਿੱਤਾ ਹੈ। ਇਹਦੇ ਵਿੱਚ ਕੰਪਰੀਹੈਂਸ਼ਨ ਹੈ, ਪ੍ਰੈਸਿਜ਼ ਰਾਈਟਿੰਗ ਹੈ, ਲੈਟਰ ਰਾਈਟਿੰਗ ਹੈ, ਐਸੇ ਰਾਈਟਿੰਗ ਹੈ, ਟ੍ਰਾਂਸਲੇਸ਼ਨ ਹੈ। ਦੈਨ ਗ੍ਰਾਮਰ ਦਾ ਪੋਰਸ਼ਨ ਦਿੱਤਾ ਹੈ। ਉਹਦੇ ਬਾਅਦ ਐਸੇ ਆ, ਐਸੇ ਦੇ ਵਿੱਚ ਲਿਖਿਆ ਹੈ ਕਿ 3 ਸ਼ਾਰਟ ਐਸੇਜ਼ ਲਿਖਣੇ ਨੇ। ਉਹਦੇ ਬਾਅਦ ਪੰਜਾਬੀ ਹੈ, ਪੰਜਾਬੀ ਦੇ ਵਿੱਚ ਵੀ ਸੇਮ ਹੀ ਸਿਲੇਬਸ ਦਿੱਤਾ ਹੈ ਜਿਵੇਂ ਇੰਗਲਿਸ਼ ਦੇ ਵਿੱਚ ਹੈ। ਅਣਡਿੱਠਾ ਪੈਰਾ ਹੈ, ਇੱਕ ਸੰਖੇਪ ਰਚਨਾ ਹੈ, ਅਰਜੀ ਜਾਂ ਪੱਤਰ ਹੈ, ਲੇਖ ਰਚਨਾ ਹੈ, ਅਨੁਵਾਦ ਹੈ ਤੇ ਵਿਆਕਰਨ ਹੈ। ਉਹਦੇ ਬਾਅਦ ਹੈ ਜਨਰਲ ਸਟੱਡੀਜ਼ ਪੇਪਰ 1। ਪੇਪਰ 1 ਦੇ ਵਿੱਚ ਸੈਕਸ਼ਨ 1 ਹੈ ਹਿਸਟਰੀ। ਸੋ ਹਿਸਟਰੀ ਦੇ ਵਿੱਚੋਂ ਕਿਹੜੇ-ਕਿਹੜੇ ਟੌਪਿਕ ਆਉਣੇ ਨੇ? ਸੋ ਟੌਪਿਕ ਦਿੱਤੇ ਹੈ ਹਿਸਟਰੀ ਆਫ ਵਰਲਡ ਹੈ, ਇੰਡੀਅਨ ਕਲਚਰ ਹੈ, ਮਾਡਰਨ ਹਿਸਟਰੀ ਹੈ, ਦੈਨ ਫਰੀडम ਸਟਰਗਲ ਹੈ, ਮਾਡਰਨ ਹਿਸਟਰੀ ਦੇ ਵਿੱਚ ਹੀ ਆ ਜਾਂਦਾ ਹੈ। ਦੈਨ ਪੋਸਟ ਇੰਡੀਪੈਂਡੈਂਸ ਕੰਸੋਲੀਡੇਸ਼ਨ ਹੈ। ਦੈਨ ਹਿਸਟਰੀ ਆਫ ਪੰਜਾਬ ਹੈ, ਮਹਾਰਾਜਾ ਰਣਜੀਤ ਸਿੰਘ ਬਾਰੇ ਜਿਹੜੀ ਹਿਸਟਰੀ ਹੈ ਉਹ ਆਉਂਦੀ ਇਹਦੇ ਵਿੱਚ। ਸੈਕੰਡ ਸੈਕਸ਼ਨ ਇਹਦਾ ਜੀਓਗ੍ਰਾਫੀ ਹੈ। ਜੀਓਗ੍ਰਾਫੀ ਦੇ ਵਿੱਚ ਫਿਜ਼ੀਕਲ ਜੀਓਗ੍ਰਾਫੀ, ਇੰਪੋਰਟੈਂਟ ਜੀਓਗ੍ਰਾਫਿਕਲ ਫੈਨੋਮੀਨਾਸ ਹੈ। ਦੈਨ ਜੀਓਗ੍ਰਾਫੀ ਆਫ ਪੰਜਾਬ ਹੈ। ਦੈਨ ਸੈਕਸ਼ਨ 3 ਹੈ ਸੋਸਾਇਟੀ। ਸੋਸਾਇਟੀ ਦੇ ਵਿੱਚ ਕੀ ਹੈ? ਗਲੋਬਲਾਈਜੇਸ਼ਨ ਹੈ, ਸੋਸਾਇਟੀ ਦੇ ਫੀਚਰਸ ਨੇ, ਸੇਲੀਐਂਟ ਫੀਚਰਸ ਨੇ। then ethics and society है, human values है, vulnerable section of population है, then issues related to development and management of social sector है। so ਇਹ ਜਿਹੜੇ topics ਦਿੱਤੇ ਨੇ paper 1 ਦੇ ਵਿੱਚ। ਉਹਦੇ ਬਾਅਦ ਹੈ ਜਨਰਲ ਸਟੱਡੀਜ਼ ਪੇਪਰ 2। ਇਹਦਾ ਸੈਕਸ਼ਨ 1 ਹੈ ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ। ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ ਦੇ ਵਿੱਚ ਕੀ ਹੈ? ਇੰਡੀਅਨ ਕਨਸਟੀਟਿਊਸ਼ਨ ਦੇ ਫੀਚਰਸ ਨੇ, ਫੰਕਸ਼ਨਸ ਐਂਡ ਰਿਸਪੌਂਸਿਬਿਲਿਟੀਜ਼ ਹੈ, ਯੂਨੀਅਨ ਐਂਡ ਸਟੇਟ ਹੈ, then separation of power ਹੈ, ਫੈਡਰਲਿਜ਼ਮ ਹੈ, then comparison ਦਿੱਤਾ ਹੈ ਇੰਡੀਅਨ ਕਨਸਟੀਟਿਊਸ਼ਨ ਵਿਦ ਅਦਰ ਕੰਟਰੀਜ਼ ਦੇ। ਸੋ ਇੰਡੀਅਨ ਕਨਸਟੀਟਿਊਸ਼ਨ ਦਾ ਤੇ ਬਾਕੀ ਕੰਟਰੀਆਂ ਦੇ ਸੰਵਿਧਾਨ ਦਾ ਜਿਹੜਾ ਹੈ ਉਹ ਕੰਪੈਰੀਜ਼ਨ ਹੈ। ਦੈਨ ਪਾਰਲੀਮੈਂਟ ਤੇ ਲੈਜਿਸਲੇਚਰ ਕਿਵੇਂ ਕੰਮ ਕਰਦੇ ਨੇ। ਦੈਨ ਸਟਰਕਚਰ, ਆਰਗੇਨਾਈਜੇਸ਼ਨ ਐਂਡ ਫੰਕਸ਼ਨਿੰਗ ਆਫ ਐਗਜ਼ੈਕਟਿਵਸ ਐਂਡ ਦ ਜੁਡੀਸ਼ਰੀ। ਸੋ ਇਹਦੇ ਵਿੱਚ ਮਿਨਿਸਟਰੀਜ਼, ਪ੍ਰੈਸ਼ਰ ਗਰੁੱਪ ਸਾਰਾ ਕੁਝ ਆਉਂਦਾ ਹੈ। ਦੈਨ ਹੈ ਸੇਲੀਐਂਟ ਫੀਚਰਸ ਆਫ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ। ਦੈਨ ਵੇਰੀਅਸ ਕਨਸਟੀਟਿਊਸ਼ਨਲ ਪੋਸਟ ਬਾਰੇ ਹੈ। ਦੈਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਕਿਵੇਂ ਕੰਮ ਕਰਦੀ ਹੈ। ਦੈਨ ਹੈ ਸੈਕਸ਼ਨ 2, ਇਹਦੇ ਵਿੱਚ ਹੈ ਗਵਰਨੈਂਸ। ਸੋ ਇਹਦੇ ਵਿੱਚ ਕੀ ਆਉਂਦਾ ਆ? ਸਟੈਚੂਰੀ ਬਾਡੀਜ਼ ਕਿਹੜੀਆਂ ਹੁੰਦੀਆਂ ਨੇ, ਕੁਆਸੀ ਜੁਡੀਸ਼ੀਅਲ ਬਾਡੀਜ਼ ਕਿਹੜੀਆਂ ਹੁੰਦੀਆਂ ਨੇ, ਰੈਗੂਲੇਟਰੀ ਬਾਡੀਜ਼ ਕਿਹੜੀਆਂ ਹੁੰਦੀਆਂ ਨੇ। ਸੋ ਉਹਨਾਂ ਬਾਰੇ ਹੈ। ਦੈਨ ਇੰਪੋਰਟੈਂਟ ਐਸਪੈਕਟਸ ਆਫ ਗਵਰਨੈਂਸ ਹੈ, ਵੈਲਿਊਜ਼ ਇਨ ਐਥਿਕਸ ਹੈ। ਦੈਨ ਪ੍ਰੋਬੇਟੀ ਇਨ ਗਵਰਨੈਂਸ ਹੈ। ਉਹਦੇ ਬਾਅਦ ਹੈ ਸੈਕਸ਼ਨ 3 ਇੰਟਰਨੈਸ਼ਨਲ ਰਿਲੇਸ਼ਨਸ। ਇਹਦੇ ਵਿੱਚ ਹੈ ਇੰਡੀਆ ਐਂਡ ਇਟਸ ਨੇਬਰਹੁੱਡ ਰਿਲੇਸ਼ਨਸ। ਉਹਦੇ ਬਾਅਦ ਹੈ ਬਾਇਲੇਟਰਲ, ਰੀਜਨਲ ਤੇ ਗਲੋਬਲ ਗਰੁੱਪਿੰਗ ਹੈ, ਐਗਰੀਮੈਂਟਸ ਜਿਹੜੇ ਹੁੰਦੇ ਨੇ ਫੋਰਨ ਕੰਟਰੀਜ਼ ਦੇ ਨਾਲ ਉਹ ਹੈ। ਇਫੈਕਟ ਆਫ ਪਾਲਿਸੀਜ਼ ਹੈ, ਇੰਡੀਅਨ ਡਾਇਸਪੋਰਾ ਤੇ ਕੁਐਸਚਨਸ ਆਉਂਦੇ ਨੇ। ਉਹਦੇ ਬਾਅਦ ਹੈ ਇੰਪੋਰਟੈਂਟ ਇੰਟਰਨੈਸ਼ਨਲ ਇੰਸਟੀਟਿਊਸ਼ਨਸ, ਏਜੰਸੀਜ਼ ਕਿਹੜੀਆਂ ਨੇ ਜਿਵੇਂ UN ਹੈ, WHO ਉਹਨਾਂ ਬਾਰੇ ਕੁਐਸਚਨਸ ਆਉਂਦੇ ਨੇ। ਸੋ ਇਹ ਆ ਜਨਰਲ ਸਟੱਡੀਜ਼ 2। ਦੈਨ ਹੈ ਜਨਰਲ ਸਟੱਡੀਜ਼ 3। ਸੋ ਇਹਦਾ ਸੈਕਸ਼ਨ 1 ਹੈ ਇੰਡੀਅਨ ਇਕਨੋਮੀ। ਇਹਦੇ ਵਿੱਚ ਇਸ਼ੂਜ਼ ਰਿਲੇਟਡ ਟੂ ਪਲੈਨਿੰਗ, ਮੋਬਿਲਾਈਜੇਸ਼ਨ ਆਫ ਰਿਸੋਰਸਿਸ, growth development ਹੈ। then major crops ਹੈ, agriculture ਦੇ related economy ਦੇ ਆ questions। then public distribution system ਹੈ। then food processing and related industries in India ਹੈ। then land reforms in India ਹੈ। infrastructure ਹੈ। human resource development ਹੈ। importance of human capital ਹੈ। then employment ਦੇ topic ਨੇ, skill development ਦਾ topic ਹੈ, demographic dividend ਦਾ topic ਹੈ। ਉਹਦੇ ਬਾਅਦ ਹੈ ਪੰਜਾਬ ਦੀ economy ਹੈ। ਸੈਕਸ਼ਨ 2 ਹੈ ਸਟੈਟਿਸਟੀਕਲ ਐਨਾਲਿਸਿਸ, ਗ੍ਰਾਫਸ ਐਂਡ ਡਾਇਗਰਾਮਸ। ਇਹਦੇ ਵਿੱਚ ਪ੍ਰੈਕਟੀਕਲ ਕੁਐਸਚਨ ਆਉਂਦੇ ਨੇ, ਕੋਈ ਫਿਗਰ ਦੇ ਕੇ, ਗ੍ਰਾਫ ਦੇ ਕੇ ਕਿਹਾ ਜਾਂਦਾ ਹੈ ਕਿ ਇਹਨੂੰ ਐਨਾਲਾਈਜ਼ ਕਰੋ,
ਇਹਦਾ ਕੋਈ ਵੀ ਸਿਲੇਬਸ ਨਹੀਂ ਹੁੰਦਾ। ਜਨਰਲੀ ਪ੍ਰੈਕਟਿਸ ਕਰਨ ਵਾਸਤੇ ਜਿਹੜੇ ਆ ਉਹ ਆਰ.ਐਸ. ਅਗਰਵਾਲ ਦੇ ਟੌਪਿਕਸ ਆਉਂਦੇ ਨੇ ਕਿ ਫਿਗਰਸ ਨੂੰ ਕਿਵੇਂ ਸੋਲਵ ਕਰਨਾ ਹੈ, ਕਿਵੇਂ ਐਨਾਲਾਈਜ਼ ਕਰਨਾ ਹੈ। ਦੈਨ ਸੈਕਸ਼ਨ 3 ਹੈ ਇਸ਼ੂਜ਼ ਰਿਲੇਟਡ ਟੂ ਸਿਕਿਉਰਿਟੀ। ਇਹਦੇ ਵਿੱਚ ਸਿਕਿਉਰਿਟੀ ਬਾਰੇ ਟੌਪਿਕਸ ਨੇ। ਇਹਦੇ ਵਿੱਚ ਹੈ ਐਕਸਟਰਨਲ ਸਿਕਿਉਰਿਟੀ ਕੀ ਹੈ, ਸਟੇਟ ਨਾਨ ਸਟੇਟ ਐਕਟਰਸ ਕਿਹੜੇ ਨੇ, ਚੈਲੰਜਸ ਕੀ ਨੇ ਇੰਡੀਆ ਨੂੰ। ਦੈਨ ਸਾਈਬਰ ਸਿਕਿਉਰਿਟੀ ਤੇ ਹੈ, ਮਨੀ ਲਾਂਡਰਿੰਗ ਤੇ ਹੈ, ਸਿਕਿਉਰਿਟੀ ਚੈਲੰਜਸ ਬਾਰਡਰ ਏਰੀਆਜ਼ ਦੇ ਕੀ ਨੇ। ਉਹਦੇ ਬਾਅਦ ਹੈ ਵੇਰੀਅਸ ਸਿਕਿਉਰਿਟੀ ਫੋਰਸਿਸ ਕਿਹੜੀਆਂ ਨੇ ਤੇ ਉਹਨਾਂ ਦੇ ਮੈਂਡੇਟਸ ਕੀ ਹੈ, ਕੀ ਕਿਵੇਂ ਬਣੀਆਂ ਨੇ, ਕੀ ਕੰਮ ਕਰਨ ਵਾਸਤੇ ਬਣੀਆਂ ਨੇ। ਸੋ ਇਹਨਾਂ ਸਾਰੀਆਂ ਫੋਰਸਿਸ ਬਾਰੇ ਸਟੱਡੀ ਹੈ। ਸੋ ਇਹ ਹੈ ਪੇਪਰ 3। ਦੈਨ ਆ ਪੇਪਰ 4 ਸਾਡੇ ਕੋਲ। ਪੇਪਰ 4 ਦੇ ਵਿੱਚ ਹੈ ਸੈਕਸ਼ਨ 1 ਸਾਇੰਸ ਐਂਡ ਟੈਕਨੋਲੋਜੀ। ਸਾਇੰਸ ਐਂਡ ਟੈਕਨੋਲੋਜੀ ਦਾ ਵੀ ਸਿਲੇਬਸ ਕਾਫੀ ਵਾਸਟ ਹੈ। ਸੋ ਇਹਦੇ ਵਿੱਚ ਜਿਹੜੇ ਟੌਪਿਕਸ ਨੇ ਉਹ ਨੇ ਸਾਇੰਸ ਐਂਡ ਟੈਕਨੋਲੋਜੀ, ਡਿਵੈਲਪਮੈਂਟ ਐਂਡ ਐਪਲੀਕੇਸ਼ਨਸ ਆਫ ਸਾਇੰਸ ਐਂਡ ਟੈਕਨੋਲੋਜੀ ਐਂਡ ਇਫੈਕਟਸ। then achievement of Indians in science and technology है। then recent development in field of IT। so ਜਿਹੜੀਆਂ recent developments ਹੁੰਦੀਆਂ ਨੇ, current affairs ਹੁੰਦੇ ਨੇ, so ਉਹ ਵੀ ਤੁਹਾਨੂੰ ਧਿਆਨ ਨਾਲ ਪੜ੍ਹਨੇ ਪੈਣੇ ਨੇ। so then modern trends in life science ਹੈ। then progress in agriculture science ਹੈ, introduction to the application of genetic engineering and stem cell research ਹੈ। ਸੋ ਸਟੈਮ ਸੈਲ ਪ੍ਰਜ਼ਰਵੇਸ਼ਨ ਵੀ ਜਿਹੜੀ ਹੈ ਉਹ ਕਾਫੀ ਇੰਪੋਰਟੈਂਟ ਹੈ, ਅੱਜ ਕੱਲ੍ਹ ਕਾਫੀ ਟ੍ਰੈਂਡਿੰਗ ਹੈ। ਸੋ ਉਹਦੇ ਤੇ ਵੀ ਟੌਪਿਕ ਇਹਨਾਂ ਨੇ ਪਾ ਦਿੱਤਾ ਹੈ। ਸੋ ਹਿਊਮਨ ਡਿਜ਼ੀਜ਼ਸ ਹੈ, ਸੋ ਇਹ ਵੀ ਅੱਜ ਕੱਲ੍ਹ ਕਾਫੀ ਚਰਚਾ ਤੇ ਹੈ ਕਰੋਨਾ ਨੂੰ ਲੈ ਕੇ। ਸੋ ਇਹਦੇ ਬਾਅਦ ਹੈ ਸੈਕਸ਼ਨ 2 এনवायरमेंट। এনवायरमेंट ਦੇ ਵਿੱਚ ਕੀ ਹੈ, ਕੰਜ਼ਰਵੇਸ਼ਨ, এনवायरमेंटल ਪੋਲਿਊਸ਼ਨ, ਡੀਗ੍ਰੇਡੇਸ਼ਨ। ਸੋ ਇਹ ਸਾਰੀਆਂ ਚੀਜ਼ਾਂ এনवायरमेंट ਦੇ ਸੈਕਸ਼ਨ ਦੇ ਵਿੱਚ ਪੜ੍ਹਨੀਆਂ ਨੇ। ਡੈਫੀਨੇਸ਼ਨ ਨੇਚਰਸ ਆਫ ਡਿਜ਼ਾਸਟਰਸ ਹੈ, ਸੋ ਡਿਜ਼ਾਸਟਰ ਮੈਨੇਜਮੈਂਟ ਵੀ ਆ ਗਿਆ ਇਹਦੇ ਵਿੱਚ। ਸੋ ਨੈਚੁਰਲ ਹੈਜ਼ਰਡਸ ਨੇ, ਨੈਚੁਰਲ ਹੈਜ਼ਰਡਸ ਕਿਹੜੇ ਨੇ, ਉਹਨਾਂ ਦੀ ਪ੍ਰੀਵੈਂਸ਼ਨ ਕੀ ਹੈ, ਕਿਵੇਂ ਉਹ ਕ੍ਰੀਏਟ ਹੁੰਦੇ ਨੇ। ਸੋ ਇਹ ਸਾਰੇ ਟੌਪਿਕ ਨੇ ਇਹਦੇ ਵਿੱਚ। ਦੈਨ ਸੈਕਸ਼ਨ 3 ਹੈ ਸਿਚੁਏਸ਼ਨ ਇਨ ਸਿਵਲ ਸਰਵਿਸ, ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ। ਸੋ ਇਹ ਕਾਫੀ ਇੱਕ ਡਾਇਨਾਮਿਕ ਜਿਹਾ ਟੌਪਿਕ ਪਾਇਆ ਇਹਨਾਂ ਨੇ। ਇਹਦੇ ਵਿੱਚ ਸਿਚੁਏਸ਼ਨਲ ਬੇਸਡ ਕੁਐਸਚਨ ਹੁੰਦੇ ਨੇ ਕਿ ਕੋਈ ਸਿਚੁਏਸ਼ਨ ਦਿੱਤੀ ਜਾਂਦੀ ਹੈ ਤੁਹਾਨੂੰ ਤੇ ਸਪੋਜ਼ ਕਰਨ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਏਰੀਏ ਦੇ ਐਸਡੀਐਮ ਹੋ, ਮੈਜਿਸਟ੍ਰੇਟ ਹੋ, ਤੁਸੀਂ ਇਸ ਪ੍ਰੋਬਲਮ ਨੂੰ ਕਿਵੇਂ ਸੋਲਵ ਕਰੋਗੇ, ਜਾਂ ਤੁਸੀਂ ਡੀਐਸਪੀ ਹੋ, ਤੁਸੀਂ ਪੁਲਿਸ ਸਰਵਿਸਿਜ਼ ਦੇ ਵਿੱਚ ਹੋ, ਤੁਸੀਂ ਇਸ ਪ੍ਰੋਬਲਮ ਨੂੰ ਕਿਵੇਂ ਸੋਲਵ ਕਰੋਗੇ। ਸੋ ਪ੍ਰੋਬਲਮ ਜਿਹੜੀਆਂ ਨੇ ਉਹ ਕਾਫੀ ਰਿਅਲਿਸਟਿਕ ਦਿੱਤੀਆਂ ਹੁੰਦੀਆਂ ਨੇ। ਸੋ ਪ੍ਰੈਕਟੀਕਲੀ, ਐਥੀਕਲੀ ਤੇ ਸਾਰੇ ਐਸਪੈਕਟਸ ਤੋਂ ਅਸੀਂ ਸੋਚ ਕੇ ਇਹਦਾ ਆਨਸਰ ਕਰਨਾ ਹੁੰਦਾ ਹੈ। ਸੋ ਇਹ ਨੇ ਸਾਰੇ ਜਿਹੜੇ 7 ਪੇਪਰ ਨੇ ਮੇਨਸ ਦੇ ਵਿੱਚ ਹੋਣੇ ਨੇ। ਉਹਦੇ ਬਾਅਦ ਇੰਟਰਵਿਊ ਹੈ, ਇੰਟਰਵਿਊ ਬਾਰੇ ਅਸੀਂ ਗੱਲ ਬਾਅਦ ਚ ਕਰਾਂਗੇ। ਸੋ ਇਹ ਜਿਹੜਾ ਸਿਲੇਬਸ ਆ ਮੇਨਸ ਦੇ ਪੇਪਰਾਂ ਦਾ ਦਿੱਤਾ ਆ। ਸੋ ਮੇਨਸ ਦੇ ਪੇਪਰ ਜਿਹੜੇ ਨੇ ਇਹਨਾਂ ਦਾ ਇੱਕ ਜਿਹੜਾ ਲਾਸਟ ਪੇਪਰ ਹੋਇਆ ਹੈ ਉਹ ਵੀ ਸਾਡੇ ਕੋਲ ਹੈਗਾ ਆ, ਉਹ ਵੀ ਮੈਂ ਅਪਲੋਡ ਕਰ ਰਿਹਾ। ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੇ ਜਿਹੜੇ ਕੁਐਸਚਨ ਆਉਂਦੇ ਨੇ ਜਨਰਲ ਸਟੱਡੀਜ਼ ਦੇ ਵਿੱਚ। ਸੋ ਇਹ ਜਿਵੇਂ ਜਨਰਲ ਸਟੱਡੀਜ਼ ਪੇਪਰ 1 ਹੈ, ਇਹਦੇ ਵਿੱਚ ਕਿਵੇਂ ਦੇ ਕੁਐਸਚਨ ਆਏ ਨੇ, ਸੋ ਇਹ ਤੁਸੀਂ ਦੇਖ ਕੇ ਤਿਆਰੀ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ। ਬਾਕੀ ਜਿਹੜਾ ਸਿਲੇਬਸ ਦੇ ਹਿਸਾਬ ਦੇ ਨਾਲ ਕਿਹੜੀਆਂ ਕਿਤਾਬਾਂ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ, ਉਹ ਜਨਰਲ ਸਟੱਡੀਜ਼ 1 ਵਾਸਤੇ, 2 ਵਾਸਤੇ, 3 ਵਾਸਤੇ ਜਾਂ 4 ਵਾਸਤੇ, ਉਹ ਅਸੀਂ ਬੁੱਕ ਜਿਹੜੀ ਆ ਕਿਹੜੀ ਰੈਫਰ ਕਰਨੀ ਹੈ ਉਹਦੇ ਬਾਰੇ ਵੀਡੀਓ ਅਸੀਂ ਨੈਕਸਟ ਲੈ ਕੇ ਆਵਾਂਗੇ। ਸੋ ਹੁਣ ਵਾਸਤੇ ਇੰਨਾ ਹੀ। ਥੈਂਕ ਯੂ ਵੈਰੀ ਮੱਚ।